ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰੋਮਨਪ੍ਰੀਤ ਤੁਹਾਡਾ ਸਵਾਗਤ ਕਰਦੀ ਆ ਸਾਂਝਾ ਟੀਵੀ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਸ਼ੋਅ ਲੈ ਕੇ ਆਏ ਆ ਜਿਹਦਾ ਨਾਮ ਆ ਯੂਥ ਬੋਲਦਾ, ਬ੍ਰਿਜਿੰਗ ਦ ਗੈਪਸ ਐਂਡ ਬ੍ਰੇਕਿੰਗ ਦ ਬੈਰੀਅਰਸ। ਇਹ ਸ਼ੋਅ ਦਾ ਇਹੀ ਮਕਸਦ ਆ ਕਿ ਜਿੰਨੇ ਵੀ ਗੈਪਸ ਆਪਣੀ ਸੋਸਾਇਟੀ ਦੇ ਵਿੱਚ ਆਪਾਂ ਉਹਨਾਂ ਤੇ ਇੱਕ ਬ੍ਰਿਜ ਬਣਾਉਣਾ ਆ, ਦੂਜੇ ਪਾਰ ਲੈ ਕੇ ਜਾਣਾ ਆਪਾਂ ਯੂਥ ਨੂੰ। ਜਿੰਨੀ ਵੀ ਮਿਸਲੀਡਿੰਗ ਇਨਫੋਰਮੇਸ਼ਨ ਆ, ਆਪਣੇ ਕੋਲ ਅਵੇਅਰਨੈਸ ਨਹੀਂ ਹੈਗੀ, ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਪਰੇ ਰੱਖ ਕੇ ਇੱਕ ਨਵੀਂ ਸ਼ੁਰੂਆਤ ਕਰਨੀ ਆ ਜਿਹਦੇ ਨਾਲ ਆਪਣੀ ਜਿਹੜੀ ਸੋਸਾਇਟੀ ਆ ਹੋਰ ਅੱਗੇ ਜਾ ਸਕੇ। ਤੇ ਜਿੰਨੇ ਵੀ ਸੋਸਾਇਟੀ ਦੇ ਵਿੱਚ ਆਪਣੇ ਬੈਰੀਅਰਸ ਆ ਆਪਾਂ ਉਹਨਾਂ ਨੂੰ ਤੋੜਨਾ ਆ, ਭਾਵੇਂ ਉਹ ਡਿਸਕ੍ਰਿਮੀਨੇਸ਼ਨ ਦਾ ਹੋਵੇ, ਭਾਵੇਂ ਉਹ ਆਪਾਂ ਇੱਕ ਦੂਜੇ ਨਾਲ ਵਿਤਕਰਾ ਕਰਦੇ ਆ, ਉਹ ਚੀਜ਼ਾਂ ਨੂੰ ਪਰੇ ਰੱਖ ਕੇ, ਉਹ ਚੀਜ਼ਾਂ ਨੂੰ ਤੋੜ ਕੇ ਆਪਾਂ ਇੱਕ ਨਵੀਂ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਉਣਾ ਆ। ਮੈਂ ਆਉਣਾ ਆ, ਤੁਸੀਂ ਆਉਣਾ, ਆਪਾਂ ਸਾਰਿਆਂ ਨੇ ਆਉਣਾ ਵਾ। ਕਿਉਂਕਿ ਕੋਈ ਵੀ ਇਨੀਸ਼ੀਏਟਿਵ ਜਦੋਂ ਲਿਆ ਜਾਂਦਾ ਵਾ ਸਿੰਗਲ ਹੈਂਡਡਲੀ ਉਹ ਕਿਤੇ ਨਹੀਂ ਪਹੁੰਚਦਾ। ਜਿੰਨੀ ਦੇਰ ਤੱਕ ਸਾਰੇ ਹੱਥਾਂ 'ਚ ਹੱਥ ਪਾ ਕੇ ਇਕੱਠੇ ਨਹੀਂ ਅੱਗੇ ਤੁਰਦੇ, ਉਨੀ ਦੇਰ ਤੱਕ ਇੱਕ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰੂੰਗੀ ਕਿ ਸਾਡੇ ਸ਼ੋਅ ਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਭਰਨੀ ਆ, ਤੁਸੀਂ ਸਾਡੇ ਨਾਲ ਜੁੜੇ ਰਹਿਣਾ ਵਾ ਤੇ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਇਹਦੇ ਬਾਰੇ ਫੀਡਬੈਕਸ ਵੀ ਦੇਣੀਆਂ ਵਾ, ਇਹ ਵੀ ਦੱਸਣਾ ਵਾ ਕਿ ਅਸੀਂ ਕਿਹੜੇ ਟੌਪਿਕਸ ਲੈ ਕੇ ਆਈਏ, ਕਿਹੜੇ ਗੈਸਟ ਦੇ ਨਾਲ ਅਸੀਂ ਗੱਲ ਕਰ ਸਕਦੇ ਆ। ਇਹ ਸ਼ੋਅ ਲਿਆਉਣ ਦਾ ਆਹੀ ਮਕਸਦ ਆ ਕਿ ਆਪਾਂ ਇੱਕ ਆਵਾਜ਼ ਬਣ ਕੇ, ਇਹ ਯੂਥ ਦੀ ਆਵਾਜ਼ ਬਣ ਕੇ ਅੱਗੇ ਆਉਣਾ ਆ। ਜਿੱਦਾਂ ਤੁਹਾਡੇ ਸਾਰਿਆਂ ਨੂੰ ਪਤਾ ਵਾ ਕਿ ਯੂਥ ਹੀ ਆ ਜਿਹਨੇ ਆਉਣ ਵਾਲੇ ਸਮਿਆਂ ਦੇ ਵਿੱਚ ਸਭ ਕੁਝ ਕਰਨਾ ਵਾ, ਭਾਵੇਂ ਉਹ ਵੱਡੇ ਵੱਡੇ ਬਿਜ਼ਨਸਿਸ ਹੋਣ, ਭਾਵੇਂ ਪੁਲਿਸ ਆਫੀਸਰਸ ਹੋਣ, ਭਾਵੇਂ ਪੋਲੀਟੀਸ਼ੀਅਨਸ ਹੋਣ। ਜਿਹੜੇ ਇਸ ਵਕਤ ਯੰਗ ਆ ਉਹਨਾਂ ਨੇ ਹੀ ਆਪਣੀ ਇਕਨੋਮੀ ਨੂੰ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਅੱਗੇ ਲੈ ਕੇ ਜਾਣਾ ਵਾ। ਤੇ ਜੇ ਉਹਨਾਂ ਨੂੰ ਆਪਾਂ ਅੱਜ ਸਟਰੋਂਗ ਕਰਾਂਗੇ, ਅੱਜ ਉਹਨਾਂ ਦੀ ਆਵਾਜ਼ ਬਣਾਂਗੇ, ਤਾਂ ਹੀ ਉਹ ਅੱਗੇ ਜਾ ਕੇ ਤੁਹਾਡੀ ਆਵਾਜ਼ ਬਣੂਗੇ, ਤੁਹਾਡੀ ਬਿਹਤਰੀ ਦੇ ਲਈ ਕੰਮ ਕਰੂਗੇ। ਸੋ ਆਪਾਂ ਉਹਨਾਂ ਨੂੰ ਗਾਈਡ ਕਰਨਾ ਆ, ਉਹਨਾਂ ਦੀ ਬਾਂਹ ਫੜਨੀ ਆ ਤੇ ਆਪਾਂ ਅੱਗੇ ਜਾਣਾ ਆ। ਤੇ ਯੂਥ, ਜਿੰਨਾ ਵੀ ਆਪਣਾ ਯੂਥ ਮੈਨੂੰ ਸੁਣਦਾ ਪਿਆ ਵਾ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗੀ ਤੁਸੀਂ ਵੀ ਇੱਕ ਬੈਟਰ ਵਿਅਕਤੀ ਬਣ ਕੇ, ਇੱਕ ਬੈਟਰ ਇਨਸਾਨ ਬਣ ਕੇ ਅੱਗੇ ਆਣਾ ਆ। ਉਹ ਤੁਸੀਂ ਜਿੱਦਾਂ ਮਰਜ਼ੀ ਕਰ ਸਕਦੇ ਹੋ, ਪਰ ਉਹਦੇ ਲਈ ਤੁਹਾਨੂੰ ਆਪਣੀ ਜਿਹੜੀ ਫਾਊਂਡੇਸ਼ਨ ਆ ਉਹਨੂੰ ਸਟਰੋਂਗ ਕਰਨਾ ਪਊਗਾ, ਇਨਫੋਰਮੇਸ਼ਨ ਨੂੰ ਸਟਰੋਂਗ ਕਰਨਾ ਪਊਗਾ। ਤੁਹਾਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਵਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਤੁਸੀਂ ਕਿਸੇ ਸਾਹਮਣੇ ਝੁਕਣਾ ਨਹੀਂ ਹੈਗਾ। ਜੇਕਰ ਕਿਤੇ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਵਾ, ਤੁਸੀਂ ਆਪਣੀ ਆਵਾਜ਼ ਚੁੱਕਣੀ ਆ। ਤੇ ਜੇਕਰ ਤੁਸੀਂ ਆਵਾਜ਼ ਚੁੱਕਣਾ ਚਾਹੁੰਦੇ ਹੋ, ਤੁਸੀਂ ਕਦੀ ਵੀ ਸਾਂਝਾ ਟੀਵੀ ਤੇ ਸਾਡੇ ਸ਼ੋਅ ਵਿੱਚ ਆ ਕੇ ਉਹ ਆਵਾਜ਼ ਚੁੱਕ ਸਕਦੇ ਹੋ। ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਰਵਾਂਗੇ। ਇਹ ਸ਼ੋਅ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਿਰਦਾਰ ਜਿਹੜੇ ਨਜ਼ਰ ਆਉਣਗੇ, ਜਿਹੜੇ ਯੂਥ ਦੇ ਲਈ ਆਈਡਲਸ ਹੋਣਗੇ। ਤੇ ਇਦਾਂ ਦਾ ਯੂਥ ਵੀ ਸਾਡੇ ਨਾਲ ਜੁੜੂਗਾ ਜਿਹੜਾ ਬਹੁਤ ਵਧੀਆ ਇਨੀਸ਼ੀਏਟਿਵ ਲੈ ਕੇ ਆ ਰਹੇ ਨੇ, ਜਿਹੜੇ ਕੰਮ ਕਰਦੇ ਪਏ ਨੇ ਆਪਣੀ ਸੁਸਾਇਟੀ ਦੇ ਲਈ, ਆਪਣੇ ਆਪ ਨੂੰ ਅੱਗੇ ਵਧਾਉਣ ਦੇ ਲਈ, ਤੇ ਸਭ ਤੋਂ ਮੇਨ ਗੱਲ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਦੇ ਲਈ। ਆਪਾਂ ਇੱਕ ਸੁਸਾਇਟੀ ਆ ਤੇ ਆਪਾਂ ਨੂੰ ਇੱਕ ਸੁਸਾਇਟੀ ਵਾਂਗੂ, ਇੱਕ ਪਰਿਵਾਰ ਵਾਂਗੂ ਅੱਗੇ ਤੁਰਨ ਦੀ ਲੋੜ ਆ। ਸੋ ਉਹਨੂੰ ਗਾਈਡ ਕਰਨ ਦੇ ਲਈ ਅਸੀਂ ਤੁਹਾਡੇ ਅੱਗੇ ਆਏ ਆ। ਇਹ ਸ਼ੋਅ ਅਸੀਂ ਸ਼ੁਰੂ ਕੀਤਾ ਵਾ ਤੇ ਤੁਹਾਡੇ ਸਾਥ ਦਾ ਬਹੁਤ ਜ਼ਿਆਦਾ ਸਾਨੂੰ ਲੋੜ ਹੈਗੀ ਆ। ਇਹ ਜਿਹੜਾ ਸ਼ੋਅ ਆ ਇਹ ਬੇਸਿਕਲੀ ਯੂਥ ਦੇ ਬਾਰੇ ਹੋਊਗਾ। ਯੂਥ ਦੀ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਉਹ ਸਾਹਮਣੇ ਲੈ ਕੇ ਆਵਾਂਗੇ, ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟਸ ਹੋਣ, ਭਾਵੇਂ ਉਹ ਇੱਥੇ ਦੇ ਬੌਰਨ ਬੱਚੇ ਹੋਣ, ਭਾਵੇਂ ਉਹ ਪੰਜਾਬੀ ਹੋਣ, ਭਾਵੇਂ ਉਹ ਇੱਥੇ ਦੇ ਵਸਨੀਕ ਹੋਣ। ਸਾਰਿਆਂ ਦੀ ਆਵਾਜ਼ ਇੱਥੇ ਚੁੱਕੀ ਜਾਊਗੀ ਕਿਉਂਕਿ ਯੂਥ ਬੋਲ ਰਿਹਾ ਵਾ ਤੇ ਤੁਸੀਂ ਸਾਰੇ ਯੂਥ ਨੂੰ ਸੁਣਦੇ ਪਏ ਹੋ ਤੇ ਯੂਥ ਨੂੰ ਤੁਸੀਂ ਗਾਈਡ ਕਰਨਾ ਵਾ। ਅੱਜ ਦਾ ਜਿਹੜਾ ਸ਼ੋਅ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਫਾਊਂਡੇਸ਼ਨ ਦੀ ਗੱਲ ਕਰਾਂਗੇ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਨੀਂਹ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ, ਇਸ ਲਈ ਪਹਿਲਾ ਸ਼ੋਅ ਹੀ ਆਪਾਂ ਫਾਊਂਡੇਸ਼ਨ ਤੇ ਰੱਖਾਂਗੇ। ਜਿਹੜੇ ਹੁਣ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਇਕਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ, ਉਹਨਾਂ ਦੀ ਵਜ੍ਹਾ ਦੇ ਨਾਲ ਆਪਣੀ ਇਕਨੋਮੀ ਜਿਹੜੀ ਅੱਗੇ ਨੂੰ ਡਰਾਈਵ ਹੋ ਰਹੀ ਆ। ਇਹ ਗੱਲਾਂ ਸਰਕਾਰਾਂ ਵੀ ਸਮਝਦੀਆਂ ਨੇ, ਇਸ ਲਈ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਸਟੂਡੈਂਟਸ ਇੱਥੇ ਆ ਰਹੇ ਨੇ। ਅੱਜ ਜਿਹੜੀ ਕੱਲ ਹੀ ਇੱਕ ਨਵੀਂ ਰਿਪੋਰਟ ਆਈ ਹੈ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ, IRCC ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵਾ 2022 ਵਰੇ ਦੇ ਵਿੱਚ 184 ਕੰਟਰੀਜ਼ ਦੇ ਵਿੱਚੋਂ 5,51,405 ਇੰਟਰਨੈਸ਼ਨਲ ਸਟੂਡੈਂਟਸ ਆਏ ਆ, ਜਿਨ੍ਹਾਂ ਦੀ ਸਭ ਤੋਂ ਵੱਡੀ ਮਾਤਰਾ ਇੰਡੀਆ ਤੋਂ ਆਈ ਆ। ਤੇ ਆਪਾਂ ਇੱਕ ਇੰਡੀਅਨ ਹੋਣ ਦੇ ਨਾਤੇ, ਇੱਕ ਪੰਜਾਬੀ ਹੋਣ ਦੇ ਨਾਤੇ ਉਹਨਾਂ ਦੀ ਗਾਈਡੈਂਸ ਬਣਨਾ ਆ। ਜਦੋਂ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਇੰਡੀਆ ਤੋਂ ਆਉਂਦੇ ਆ, ਕਈ ਵਾਰ ਤੁਸੀਂ ਬਸ ਇਹ ਸੋਚਦੇ ਹੋ ਅਸੀਂ ਕੈਨੇਡਾ ਜਾਣਾ ਆ, ਤੁਹਾਡਾ ਟੀਚਾ ਹੁੰਦਾ ਬਸ ਕੈਨੇਡਾ ਜਾਣ ਦਾ, ਪਰ ਉਹ ਉੱਥੇ ਹੀ ਤੁਹਾਡਾ ਸਫ਼ਰ ਖਤਮ ਨਹੀਂ ਹੁੰਦਾ। ਤੁਹਾਨੂੰ ਲੱਗਦਾ ਵਾ ਕਿ ਅਸੀਂ ਕੈਨੇਡਾ ਪਹੁੰਚ ਗਏ ਤੇ ਤੁਹਾਡਾ ਸਫ਼ਰ ਆ ਜਿਹੜਾ ਉਹ ਖਤਮ ਹੋ ਗਿਆ। ਨਹੀਂ, ਉਹ ਤੁਹਾਡੇ ਸਫ਼ਰ ਦੀ ਸ਼ੁਰੂਆਤ ਆ। ਉੱਥੋਂ ਦੀ ਤੁਸੀਂ ਸ਼ੁਰੂ ਕਰਨਾ ਵਾ ਹਲੇ ਆਪਣਾ ਸਫ਼ਰ, ਤੇ ਉਸ ਸਫ਼ਰ ਦੀ ਤਿਆਰੀ ਕਰਨਾ, ਉਹ ਜਿਹੜਾ ਆਪਣਾ ਝੋਲਾ ਪੈਕ ਕਰਨਾ, ਉਹ ਤੁਸੀਂ ਇੰਡੀਆ ਤੋਂ ਕਰਕੇ ਆਉਣਾ ਆ।
ਤੁਹਾਨੂੰ ਲੱਗਦਾ ਵਾ ਕਿ ਕੈਨੇਡਾ ਆ ਗਏ ਸਭ ਕੁਝ ਹੋ ਗਿਆ, ਪਰ ਨਹੀਂ, ਕੈਨੇਡਾ ਆ ਗਏ ਸਭ ਕੁਝ ਹਲੇ ਸਿਰਫ ਸ਼ੁਰੂ ਹੋਇਆ ਵਾ। ਉਹ ਸ਼ੁਰੂਆਤ ਕਰਨ ਦੇ ਲਈ ਤੁਹਾਨੂੰ ਕਾਫੀ ਜ਼ਿਆਦਾ ਤਿਆਰੀ ਦੀ ਲੋੜ ਆ, ਜਿਹਦੇ ਬਾਰੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਅਸੀਂ ਅੱਜ ਦੱਸਾਂਗੇ। ਸਭ ਤੋਂ ਪਹਿਲੀ ਤੇ ਮੇਨ ਚੀਜ਼, ਤੁਹਾਨੂੰ ਲੱਗੂਗਾ ਕਿ ਮੈਂ ਕਹੂੰਗੀ ਤੁਸੀਂ ਆਪਣੇ ਬਸਤੇ ਪੈਕ ਕਰਨੇ ਆ, ਤੁਸੀਂ ਆਪਣੇ ਡਾਕੂਮੈਂਟ ਚੈੱਕ ਕਰਨੇ ਆ, ਤੁਸੀਂ ਇਹ ਕਰਨਾ, ਤੁਸੀਂ ਉਹ ਕਰਨਾ। ਸਭ ਤੋਂ ਮੇਨ ਚੀਜ਼ ਆ ਤੁਸੀਂ ਆਪਣਾ ਮਾਈਂਡ ਜਿਹੜਾ ਸੈੱਟ ਕਰਨਾ, ਤੁਸੀਂ ਇੱਕ ਵਧੀਆ ਗਾਈਡੈਂਸ ਲੈਣੀ ਆ, ਕਿਉਂਕਿ ਜਿੰਨੀ ਦੇਰ ਤੱਕ ਤੁਹਾਡਾ ਮਾਈਂਡ ਸੈੱਟ ਨਹੀਂ ਹੈਗਾ ਉਹੋ ਜਿਹਾ, ਉਨੀ ਦੇਰ ਤੱਕ ਤੁਸੀਂ ਕੁਝ ਨਹੀਂ ਕਰੋਗੇ, ਭਾਵੇਂ ਤੁਸੀਂ 20-40 ਹਜ਼ਾਰ ਜਿੰਨੇ ਮਰਜ਼ੀ ਡਾਲਰ ਲੈ ਕੇ ਇੱਥੇ ਆ ਜਾਓ। ਇਟਸ ਨਾਟ ਅਬਾਊਟ ਮਨੀ, ਇਟਸ ਅਬਾਊਟ ਯੋਰ ਮਾਈਂਡ ਸੈੱਟ। ਕਿਉਂਕਿ ਆਪਾਂ ਇਹ ਸੋਚਦੇ ਆ ਕਿ ਉੱਥੇ ਜਾ ਕੇ ਸਭ ਹੋ ਜਾਊਗਾ, ਉੱਥੇ ਜਾ ਕੇ ਸਭ ਤਾਂ ਹੋ ਜਾਊਗਾ, ਪਰ ਤੁਹਾਡੇ ਕੋਲ ਇੱਕ ਪਲਾਨ ਤਿਆਰ ਹੋਣਾ ਚਾਹੀਦਾ ਵਾ। ਉਹ ਪਲਾਨ ਤਿਆਰ ਕਰਨ ਦੇ ਲਈ ਤੁਹਾਨੂੰ ਪਲਾਨ ਅਹੈਡ ਕਰਨਾ ਪਊਗਾ। ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਣਾ ਚਾਹੀਦਾ ਵਾ ਕਿ ਤੁਸੀਂ ਉੱਥੇ ਜਾ ਕੇ ਕੀ ਕਰਨਾ ਵਾ, ਤੁਸੀਂ ਕਿਹੜੇ ਕਰੀਅਰ ਦੇ ਵਿੱਚ ਜਾਣਾ, ਤੁਸੀਂ ਕੀ ਪੜ੍ਹਾਈ ਕਰਨੀ ਆ। ਸੋ ਉਹ ਸਾਰਿਆਂ ਬਾਰੇ ਗਾਈਡ ਕਰਨ ਲਈ ਅੱਜ ਅਸੀਂ ਇੱਥੇ ਪਹੁੰਚੇ ਆ, ਤੇ ਤੁਹਾਨੂੰ ਸਭ ਤੋਂ ਪਹਿਲਾਂ ਮਾਈਂਡ ਸੈੱਟ ਤੇ ਗੱਲ ਆਪਾਂ ਹੁਣ ਸ਼ੁਰੂ ਕਰਾਂਗੇ। ਆਪਣਾ ਜਿਹੜਾ ਮਾਈਂਡ ਸੈੱਟ ਆ ਉਹ ਇਹੋ ਜਿਹਾ ਹੋਣਾ ਚਾਹੀਦਾ ਵਾ ਕਿ ਆਪਾਂ ਨੂੰ ਉੱਥੇ ਜਾ ਕੇ ਸਟ੍ਰੈਸ ਬਹੁਤ ਜ਼ਿਆਦਾ ਮਿਲਣ ਵਾਲਾ ਵਾ। ਉੱਥੇ ਆਪਣੇ ਘਰ ਦੇ ਨਹੀਂ ਹੈਗੇ ਆਪਾਂ ਨੂੰ ਸਪੂਨ ਫੀਡ ਕਰਨ ਦੇ ਲਈ, ਉੱਥੇ ਮੰਮੀ ਨੇ ਰੋਟੀਆਂ ਪਕਾ ਕੇ ਨਹੀਂ ਦੇਣੀਆਂ, ਉੱਥੇ ਡੈਡੀ ਨੇ ਤੁਹਾਨੂੰ ਸਵੇਰੇ ਪੈਸੇ ਨਹੀਂ ਫੜਾਣੇ, ਲੈ ਪੁੱਤ ਦਿਨ ਆਪਣਾ ਸ਼ੁਰੂ ਕਰ। ਕੈਨੇਡਾ ਆ ਕੇ ਤੁਹਾਨੂੰ ਆਪਣਾ ਰੋਟੀ ਟੁੱਕ, ਆਪਣਾ ਕੱਪੜੇ ਧੋਣੇ, ਸਫਾਈਆਂ ਕਰਨੀਆਂ, ਕੰਮ ਤੇ ਜਾਣਾ, ਆਪਣੀ ਪੜ੍ਹਾਈ ਕਰਨੀ, ਸਾਰਾ ਕੁਝ ਇਕੱਠੇ ਕਰਨਾ ਪੈਂਦਾ ਵਾ, ਜਿਹਦੀ ਵਜ੍ਹਾ ਦੇ ਨਾਲ ਤੁਸੀਂ ਕਈ ਵਾਰ ਬਹੁਤ ਜ਼ਿਆਦਾ ਸਟ੍ਰੈਸਡ ਫੀਲ ਕਰਦੇ ਹੋ, ਹੋਮਸਿਕ ਫੀਲ ਕਰਦੇ ਹੋ, ਜਿਹਦੀ ਵਜ੍ਹਾ ਦੇ ਨਾਲ ਬਹੁਤ ਜ਼ਿਆਦਾ ਸੁਸਾਈਡ ਕੇਸਿਸ ਵੀ ਆ ਰਹੇ ਨੇ ਕੈਨੇਡਾ ਦੇ ਵਿੱਚ। ਜਿੱਦਾਂ ਕੁਝ ਕੁ ਮਹੀਨਿਆਂ ਤੋਂ ਮੈਂ ਬਹੁਤ ਜ਼ਿਆਦਾ ਦੁਖਦਾਈ ਖਬਰਾਂ ਸੁਣੀਆਂ ਵਾ ਕਿ ਆਪਣੇ ਕਿੰਨੇ ਬੜੇ ਮੁੰਡੇ ਕੁੜੀਆਂ ਸਟ੍ਰੈਸ ਦੇ ਵਿੱਚ ਆ ਕੇ, ਡਿਪਰੈਸ਼ਨ ਦੇ ਵਿੱਚ ਜਾ ਕੇ ਸੁਸਾਈਡ ਕਰ ਲੈਂਦੇ ਨੇ, ਜਿਹਦਾ ਮੁੱਖ ਕਾਰਨ ਲੋਨਲੀਨੈਸ ਤੇ ਲੈਕ ਆਫ ਗਾਈਡੈਂਸ ਵੀ ਕਿਹਾ ਜਾ ਸਕਦਾ ਵਾ। ਤੇ ਜੇਕਰ ਤੁਸੀਂ ਇਦਾਂ ਦੀ ਕਿਸੇ ਵੀ ਚੀਜ਼ ਤੋਂ ਜੂਝ ਰਹੇ ਹੋ ਤਾਂ ਫਿਰ ਤੁਸੀਂ ਜ਼ਰੂਰ ਮਦਦ ਦੀ ਆਵਾਜ਼ ਲਾਓ। ਇੱਥੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਤੁਹਾਨੂੰ ਗਾਈਡ ਕਰ ਸਕਦੀਆਂ ਵਾ ਕਿ ਤੁਸੀਂ ਅੱਗੇ ਕੀ ਕਰਨਾ ਵਾ। ਕਦੀ ਵੀ ਇੱਦਾਂ ਨਾ ਸਮਝੋ ਕਿ ਤੁਸੀਂ ਇਕੱਲੇ ਹੋ, ਬਹੁਤ ਜਣੇ ਹੈਗੇ ਆ ਤੁਹਾਡਾ ਸਾਥ ਦੇਣ ਦੇ ਲਈ। ਇੱਕ ਬੋਟ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਇਕੱਲੇ ਬਹਿ ਕੇ ਤੁਸੀਂ ਆਪਣਾ ਸਫ਼ਰ ਕਰਦੇ ਪਏ ਹੋ, ਇਟਸ ਨਾਟ ਟਰੂ। ਦੇਅਰ ਆਰ ਲਾਈਕ ਮਿਲੀਅਨਸ ਆਫ ਪੀਪਲ ਇਨ ਦੈਟ ਬੋਟ, ਔਰ ਲਾਈਕ ਕਿੰਨੇ ਸਟੂਡੈਂਟਸ ਹੈਗੇ ਜਿਹੜੀ ਸੇਮ ਚੀਜ਼ ਤੋਂ ਗੁਜ਼ਰ ਰਹੇ ਆ। ਤਾਂ ਤੁਸੀਂ ਮਦਦ ਮੰਗ ਸਕਦੇ ਹੋ। ਤੇ ਸਭ ਤੋਂ ਪਹਿਲਾਂ ਜੋ ਤੁਸੀਂ ਇੰਡੀਆ ਹੈਗੇ ਹੋ, ਆਪਣਾ ਮਾਈਂਡ ਸੈੱਟ ਇੱਦਾਂ ਦਾ ਤਿਆਰ ਕਰੋ ਕਿ ਭਾਵੇਂ ਜਿਹੜੀ ਮਰਜ਼ੀ ਮੁਸ਼ਕਿਲ ਆ ਜਾਵੇ ਤੁਸੀਂ ਉੱਤੋਂ ਨਿਕਲ ਸਕਦੇ ਹੋ। ਇਹ ਕਮਿਊਨੀਕੇਸ਼ਨ ਸਕਿੱਲਸ ਆਪਣੀਆਂ ਜ਼ਰੂਰ ਸਟਰੋਂਗ ਕਰੋ ਕਿ ਤੁਸੀਂ ਜਿਹੜੇ ਆਪਣੇ ਨਾਲ ਦੇ ਬੱਚੇ ਹੈਗੇ ਆ, ਆਪਣੇ ਮੰਮੀ ਡੈਡੀ ਹੈਗੇ ਆ, ਜਾਂ ਫਿਰ ਤੁਹਾਡਾ ਕੋਈ ਵੀ ਪਿਆਰ ਜਿਹਦੇ ਨਾਲ ਤੁਸੀਂ ਕਰਦੇ ਹੋ, ਜਿਹਦੇ ਨਾਲ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ, ਉਹਨਾਂ ਦੇ ਨਾਲ ਗੱਲ ਜ਼ਰੂਰ ਕਰੋ। ਡੂ ਟਾਕ। ਜਦੋਂ ਤੁਸੀਂ ਗੱਲ ਕਰਦੇ ਹੋ ਤੇ ਉਹਦੇ ਨਾਲ ਕਾਫੀ ਚੀਜ਼ਾਂ ਜਿਹੜੀਆਂ ਸੌਰਟ ਆਊਟ ਹੋ ਜਾਂਦੀਆਂ ਵਾ। ਕਮਿਊਨੀਕੇਸ਼ਨ ਇਜ਼ ਦਾ ਕੀ ਐਵੇਂ ਨਹੀਂ ਕਿਹਾ ਗਿਆ ਹੈਗਾ, ਕਮਿਊਨੀਕੇਸ਼ਨ ਇਜ਼ ਅ ਕੀ, ਕਿਉਂਕਿ ਗੱਲਬਾਤ ਕਰਨ ਦੇ ਨਾਲ ਬਹੁਤ ਕੁਛ ਜਿਹੜਾ ਹੱਲ ਹੋ ਸਕਦਾ ਵਾ ਤੇ ਤੁਸੀਂ ਆਪਣੀ ਹਰ ਮੁਸ਼ਕਿਲ ਦਾ ਹੱਲ ਕਮਿਊਨੀਕੇਸ਼ਨ ਦੇ ਵਿੱਚ ਹੀ ਲੱਭਣਾ ਆ। ਸੋ ਜਦੋਂ ਤੁਸੀਂ ਇੰਡੀਆ ਹੋ, ਇੱਕ ਤਾਂ ਆਪਣੀ ਕਮਿਊਨੀਕੇਸ਼ਨ ਸਟਰੋਂਗ ਕਰੋ, ਆਪਣੀ ਇੱਕ ਗਾਈਡੈਂਸ ਲੱਭੋ ਕਿ ਤੁਸੀਂ ਕਿਹਨੂੰ ਆਪਣਾ ਐਜ਼ ਅ ਰੋਲ ਮਾਡਲ ਲੈ ਕੇ ਅੱਗੇ ਚੱਲ ਸਕਦੇ ਹੋ, ਤੇ ਤੁਸੀਂ ਕਿਹਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਵੀ ਪ੍ਰੋਬਲਮ ਦੇ ਵਿੱਚ ਹੈਗੇ ਹੋ। ਜਦੋਂ ਤੁਸੀਂ ਇਹ ਚੀਜ਼ ਸੋਚ ਲੈਂਦੇ ਹੋ ਕਿ ਮੈਨੂੰ ਜੇਕਰ ਪ੍ਰੋਬਲਮ ਆਉਂਦੀ ਆ, ਮੈਂ ਇਹ ਬੰਦੇ ਦੇ ਨਾਲ ਗੱਲ ਕਰ ਸਕਦਾ, ਤਾਂ ਫਿਰ ਤੁਹਾਡੇ ਮਾਈਂਡ ਦੇ ਵਿੱਚ ਸੁਸਾਈਡ ਥਾਟਸ ਤਾਂ ਉਦੋਂ ਹੀ ਕੈਂਸਲ ਹੋ ਜਾਂਦੇ ਆ। ਸੁਸਾਈਡ ਥਾਟਸ ਉਦੋਂ ਆਉਂਦੇ ਆ ਜਦੋਂ ਤੁਹਾਨੂੰ ਲੱਗਦਾ ਵਾ ਕਿ ਮੈਂ ਇਕੱਲਾ ਆ, ਮੈਂ ਇਕੱਲੀ ਆ ਤੇ ਮੈਨੂੰ ਸੁਣਨ ਵਾਲਾ ਕੋਈ ਨਹੀਂ। ਜਦੋਂ ਤੁਹਾਨੂੰ ਇੱਕ ਸੁਣਨ ਵਾਲਾ ਮਿਲ ਜਾਂਦਾ ਆ, ਤੁਹਾਡੀ ਅੱਧੀ ਪ੍ਰੋਬਲਮ ਉੱਥੇ ਹੀ ਹੱਲ ਹੋ ਜਾਂਦੀ ਆ। ਸੋ ਆਪਣਾ ਮਾਈਂਡ ਸੈੱਟ ਸਟਰੋਂਗ ਰੱਖ ਕੇ ਆਓ ਕਿ ਤੁਸੀਂ ਸਾਰਾ ਕੁਝ ਇਕੱਲਿਆਂ ਨੇ ਕਰਨਾ ਵਾ, ਪਰ ਤੁਹਾਡੇ ਕੋਲ ਇੱਕ ਵਿਅਕਤੀ ਹੈ ਜੋ ਤੁਹਾਨੂੰ ਸੁਣ ਸਕਦਾ। ਉਹ ਤੁਹਾਡੀ ਮਾਂ ਹੋ ਸਕਦੀ, ਤੁਹਾਡਾ ਬਾਪ ਹੋ ਸਕਦਾ, ਤੁਹਾਡੇ ਬੈਸਟ ਫਰੈਂਡਸ ਹੋ ਸਕਦੇ ਨੇ, ਤੁਹਾਡੇ ਟੀਚਰਸ ਹੋ ਸਕਦੇ ਨੇ, ਤੁਹਾਡੇ ਮੈਂਟੋਰਸ ਹੋ ਸਕਦੇ ਨੇ, ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਹੋ ਸਕਦੇ ਨੇ, ਜਿੱਥੇ ਤੁਸੀਂ ਕੰਮ ਤੇ ਜਾ ਰਹੇ ਹੋ ਉਹ ਹੋ ਸਕਦੇ ਨੇ। ਪਰ ਗੱਲ ਜ਼ਰੂਰ ਕਰੋ। ਦੂਜੀ ਗੱਲ, ਜਿਹੜਾ ਮੈਂ ਤੁਹਾਨੂੰ ਕਿਹਾ ਕਿ ਪਲਾਨ ਅਹੈਡ ਕਰਨਾ ਚਾਹੀਦਾ ਵਾ। ਜਦੋਂ ਵੀ ਤੁਸੀਂ ਕਿਸੇ ਵੀ ਇਨੀਸ਼ੀਏਟਿਵ ਵੱਲ ਨੂੰ ਵਧਣਾ ਆ, ਤੁਹਾਡੇ ਕੋਲ ਇੱਕ ਰਫ ਪਲਾਨ ਜ਼ਰੂਰ ਹੋਣਾ ਚਾਹੀਦਾ ਵਾ ਜਿਹਨੂੰ ਤੁਸੀਂ ਫੋਲੋ ਕਰਨਾ ਵਾ। ਮੈਂ ਇਹ ਗੱਲ ਜ਼ਰੂਰ ਮੰਨਦੀ ਆ ਕਿ ਹਮੇਸ਼ਾ ਕਈ ਵਾਰ ਚੀਜ਼ਾਂ ਫਲੋ ਦੇ ਹਿਸਾਬ ਦੇ ਨਾਲ ਨਹੀਂ ਜਾਂਦੀਆਂ, ਜਿੱਦਾਂ ਤੁਸੀਂ ਸੋਚਿਆ ਹੁੰਦਾ ਉੱਦਾਂ ਨਹੀਂ ਹੁੰਦੀਆਂ ਹੈਗੀਆਂ, ਪਰ ਇੱਕ ਕੋਸ਼ਿਸ਼ ਜ਼ਰੂਰ ਕਰਨੀ ਹੈਗੀ ਆ ਆਪਾਂ ਉਹ ਚੀਜ਼ ਨੂੰ ਪਲਾਨ ਕਰਨ ਦੀ ਤੇ ਉਹ ਮੈਪ ਤੇ ਚੱਲਣ ਦੀ।
ਜਦੋਂ ਇੱਕ ਬੱਚਾ ਕੈਨੇਡਾ ਆ ਜਾਂਦਾ ਆ, ਉਹਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਭਾਵੇਂ ਉਹਦੀ ਐਜੂਕੇਸ਼ਨ ਹੋਵੇ, ਭਾਵੇਂ ਹਾਊਸਿੰਗ ਹੋਵੇ, ਭਾਵੇਂ ਵਰਕ ਹੋਵੇ, ਸੈਕਸ਼ੂਅਲ ਹਰਾਸਮੈਂਟ ਤੱਕ ਦਾ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਵਾ। ਕਈ ਵਾਰ ਬੁਰੀ ਸੰਗਤ ਦੇ ਵਿੱਚ ਪੈ ਜਾਂਦੇ ਆ ਤੇ ਉਹ ਬੁਰੀ ਸੰਗਤ ਚੋਂ ਨਿਕਲਣਾ ਹੁੰਦਾ ਵਾ, ਹੋਮ ਸਿਕਨੈਸ ਹੁੰਦੀ ਆ, ਡਿਪਰੈਸ਼ਨ ਹੁੰਦੀ ਆ, ਗਾਈਡੈਂਸ ਨਹੀਂ ਹੁੰਦੀ, ਪਰ ਉਹ ਸਾਰਾ ਕੁਝ ਹੌਲੀ ਹੌਲੀ ਆਪ ਹੀ ਸਹੀ ਹੋ ਜਾਂਦਾ ਆ। ਤੇ ਅਸੀਂ ਆਉਣ ਵਾਲੇ ਐਪੀਸੋਡਸ ਦੇ ਵਿੱਚ ਤੁਹਾਨੂੰ ਟੌਪਿਕ ਟੂ ਟੌਪਿਕ ਵੀ ਗੱਲ ਕਰਾਂਗੇ। ਤੇ ਤੁਹਾਨੂੰ ਪਲਾਨ ਹੈਡ ਕਰਨਾ ਚਾਹੀਦਾ ਆ, ਤੁਹਾਨੂੰ ਆਪਣੇ ਜਿਹੜਾ ਮਾਈਂਡਸੈਟ ਆ ਉਹ ਰੈਡੀ ਕਰਕੇ ਆਉਣਾ ਚਾਹੀਦਾ ਆ। ਤੇ ਉਹਦੇ ਨਾਲ ਹੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ, ਚੈੱਕ ਯੋਰ ਡਾਕੂਮੈਂਟਸ। ਆਪਾਂ ਅੰਨ੍ਹੇਵਾਹ ਕਿਸੇ ਤੇ ਵੀ ਯਕੀਨ ਕਰ ਲੈਂਦੇ ਆ, ਜੀ ਸਾਡੇ ਏਜੰਟ ਨੇ ਇਹ ਚੀਜ਼ ਕਰਤੀ, ਠੀਕ ਹੋਣੀ ਆ, ਸਾਡੇ ਏਜੰਟ ਨੇ ਇਹ ਡਾਕੂਮੈਂਟ ਲਾਤੇ, ਠੀਕ ਹੀ ਹੋਣੇ ਆ, ਸਾਡੇ ਏਜੰਟ ਨੇ ਕਹਿਤਾ ਇਹ ਚੀਜ਼ ਕਰ ਲਓ, ਠੀਕ ਹੀ ਹੋਣੀ ਆ। ਪਰ ਕਈ ਵਾਰ ਉਹ ਚੀਜ਼ਾਂ ਠੀਕ ਨਹੀਂ ਹੁੰਦੀਆਂ। ਤੁਹਾਨੂੰ ਕੰਟਰੋਲ ਲੈਣਾ ਆਉਣਾ ਚਾਹੀਦਾ ਵਾ। ਭਾਵੇਂ ਉਹਨੇ ਤੁਹਾਨੂੰ ਕਰਕੇ ਦੇਤਾ, ਪਰ ਡਬਲ ਚੈੱਕ ਕਿ ਤੁਹਾਡੇ ਕਿਹੜੇ ਡਾਕੂਮੈਂਟਸ ਆ, ਕਿਹੜੇ ਨਹੀਂ। ਇੱਥੇ ਹੀ ਮੈਂ ਤੁਹਾਨੂੰ ਇੱਕ ਕੇਸ ਜਿਹੜਾ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗੀ। ਰੀਸੈਂਟਲੀ ਕਰਮਜੀਤ ਕੌਰ 25 ਸਾਲਾਂ ਕੁੜੀ ਸੀ, ਜਿਹੜੀ ਆਈ ਸੀਗੀ ਆਪਣੇ ਕੈਨੇਡਾ ਦੇ ਵਿੱਚ 2018 ਸਟੱਡੀ ਵੀਜ਼ਾ ਤੇ। ਉਹਦੇ ਲਾਇਰ ਨੇ ਉਹਨੂੰ ਉਹਦੇ ਡਾਕੂਮੈਂਟਸ ਵਗੈਰਾ ਸੈੱਟ ਕਰਕੇ ਇੱਥੇ ਭੇਜਤਾ। ਉਹ ਇੱਥੇ ਆ ਵੀ ਗਈ, ਕਾਲਜ ਦੇ ਵਿੱਚ ਆ ਗਈ, ਬਰੈਂਪਟਨ ਦੇ ਵਿੱਚ ਆ ਗਈ। ਜਦੋਂ ਇੱਥੇ ਆਈ, ਉਹਨੂੰ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਜੀ ਲੱਗੀ, ਉਹਨੇ ਸ਼ਿਫਟ ਕਰ ਲਿਆ ਕਾਲਜ, ਹਨਾ। ਤੇ ਉਹ ਆਪਣਾ ਹੁਣ ਐਡਮਿੰਟਨ ਦੇ ਵਿੱਚ ਰਹਿ ਰਹੀ ਸੀ। ਤੇ ਹੁਣ 4 ਸਾਲ ਬਾਅਦ, 4.5 ਸਾਲ ਬਾਅਦ ਉਹਨੂੰ ਇੰਡੀਆ ਵਾਪਸ ਭੇਜਣ ਦੇ ਆਰਡਰਸ ਦੀ ਉਹ ਵੇਟ ਕਰਦੀ ਪਈ ਆ। ਕਿਉਂਕਿ ਜਦੋਂ ਇੰਡੀਆ ਤੋਂ ਆਈ ਸੀ 2018 ਦੇ ਵਿੱਚ, ਉਹਦੇ ਏਜੰਟ ਨੇ ਉਹਦੇ ਗਲਤ ਡਾਕੂਮੈਂਟਸ ਲਾ ਦਿੱਤੇ ਸੀਗੇ, ਉਹਦੀ ਫੇਕ ਆਫਰ ਲੈਟਰ ਲਾ ਦਿੱਤੀ ਸੀ। ਤੇ ਉਹਨਾਂ ਨੇ ਸਟੱਡੀ ਪੂਰੀ ਕਰ ਲਈ, ਉਸ ਤੋਂ ਬਾਅਦ ਵਰਕ ਪਰਮਿਟ ਤੇ ਆ ਗਏ, ਵਰਕ ਪਰਮਿਟ ਤੇ ਕੰਮ ਵੀ ਕਰ ਲਿਆ। ਪਰ ਉਸ ਤੋਂ ਬਾਅਦ ਚ ਹੁਣ ਜਦੋਂ ਉਹਨਾਂ ਨੇ ਆਪਣੀ PR ਅਪਲਾਈ ਕੀਤੀ, ਤੇ ਸਰਕਾਰ ਕਹਿੰਦੀ ਕਿ ਤੁਹਾਡੇ ਤਾਂ ਉਸ ਟਾਈਮ ਤੇ ਇਹ ਡਾਕੂਮੈਂਟ ਗਲਤ ਸੀਗਾ, ਸੋ ਤੁਸੀਂ ਇੱਥੇ ਰਹਿ ਨਹੀਂ ਸਕਦੇ, ਤੁਹਾਨੂੰ ਦੇਸ਼ ਨਿਕਾਲਾ ਕਰਨਾ ਪੈਣਾ। ਸੋ ਉਹ ਹੁਣ ਵੇਟ ਕਰ ਰਹੇ ਆ ਆਪਣੇ ਇੰਡੀਆ ਵਾਪਸ ਜਾਣ ਦੇ ਆਰਡਰਸ ਦਾ। ਸੋ ਤੁਸੀਂ ਇਹ ਚੀਜ਼ ਤੋਂ ਬਚਣ ਦੇ ਲਈ ਆਪਣੇ ਡਾਕੂਮੈਂਟਸ ਆਪਣੇ ਹੱਥੀਂ ਸਾਰੇ ਚੈੱਕ ਕਰਨੇ ਆ, ਤੇ ਚੈੱਕ ਕਰਕੇ ਹੀ ਇੱਥੇ ਆਣਾ। ਜਦੋਂ ਤੁਸੀਂ ਇੱਥੇ ਆ ਜਾਂਦੇ ਹੋ, ਉਦੋਂ ਵੀ ਇੱਕ ਇੱਕ ਚੀਜ਼ ਤੁਸੀਂ ਆਪ ਕਰਨੀ ਆ। ਬੀ ਅ ਵਨ ਮੈਨ ਪਾਵਰ, ਅ ਵਨ ਮੈਨ ਆਰਮੀ। ਆਪਣਾ ਸਾਰਾ ਕੰਮ ਆਪ ਕਰਨਾ ਆ। ਆਪਾਂ ਇਹ ਸੋਚ ਦੇ ਨਾਲ ਆਪਾਂ ਜਦੋਂ ਕੈਨੇਡਾ ਆਉਂਦੇ ਆ, ਆਪਾਂ ਬਹੁਤ ਅੱਗੇ ਜਾਂਦੇ ਆ। ਇਹ ਸੋਚ ਦੇ ਨਾਲ ਜਦੋਂ ਆਪਾਂ ਕੈਨੇਡਾ ਆਉਂਦੇ ਆ ਕਿ ਹੁਣ ਅਸੀਂ ਘਰਦਿਆਂ ਦਾ ਨਾਮ ਰੌਸ਼ਨ ਕਰਨਾ ਆ, ਘਰਦਿਆਂ ਦਾ ਨਾਮ ਅੱਗੇ ਲੈ ਕੇ ਜਾਣਾ ਆ, ਉਦੋਂ ਯੂ ਬਿਕਮ ਅ ਸਕਸੈਸ ਸਟੋਰੀ। ਤੇ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਬਹੁਤ ਸਕਸੈਸ ਸਟੋਰੀਜ਼ ਦੇਖਣ ਨੂੰ ਮਿਲਦੀਆਂ ਵਾ, ਤੇ ਬਹੁਤ ਦੇਖਣ ਨੂੰ ਮਿਲੂਗੀਆਂ। ਤੇ ਤੁਸੀਂ ਵੀ ਉਹਦੇ ਵਿੱਚੋਂ ਇੱਕ ਹੋ ਸਕਦੇ ਹੋ, ਜੇਕਰ ਤੁਸੀਂ ਆਪਣੀ ਉਹ ਸੋਚ ਨੂੰ ਲੈ ਕੇ ਅੱਗੇ ਵਧਦੇ ਹੋ। ਤੇ ਇਹ ਤੁਸੀਂ ਜਿਹੜੇ ਪਰਸੈਪਸ਼ਨਸ ਲੈ ਕੇ ਆਉਂਦੇ ਹੋ ਨਾ, ਕੈਨੇਡਾ ਜੀ ਬਸ ਕੈਨੇਡਾ ਪਹੁੰਚ ਕੇ ਬੱਲੇ ਬੱਲੇ ਹੋ ਗਈ, ਕੈਨੇਡਾ ਪਹੁੰਚ ਗਏ ਅਸੀਂ ਸਫਲ ਹੋ ਗਏ, ਇਹ ਪਰਸੈਪਸ਼ਨਸ ਨੂੰ ਦੂਰ ਰੱਖੋ। ਜਦੋਂ ਤੁਸੀਂ ਸੋਚ ਕੇ ਆਉਂਦੇ ਹੋ ਬਸ ਕੈਨੇਡਾ ਤੋਂ ਅੱਗੇ ਕੁਛ ਨਹੀਂ, ਕੈਨੇਡਾ ਤੋਂ ਅੱਗੇ ਬਹੁਤ ਕੁਛ ਆ, ਕੈਨੇਡਾ ਵਿੱਚ ਜਾ ਕੇ ਬਹੁਤ ਕੁਛ ਆ। ਕੈਨੇਡਾ ਤੁਹਾਨੂੰ ਬਹੁਤ ਕੁਛ ਦਿਖਾਊਗਾ, ਬਹੁਤ ਕੁਛ ਚੰਗਾ, ਬਹੁਤ ਕੁਛ ਮਾੜਾ ਦਿਖਾਊਗਾ ਜ਼ਰੂਰ। ਤੇ ਤੁਸੀਂ ਆਪਣੇ ਪਰਸੈਪਸ਼ਨਸ ਨੂੰ ਦੂਰ ਰੱਖਣਾ ਵਾ, ਤੇ ਆਪਣੀ ਜਿਹੜੀ ਵਧੀਆ ਗਾਈਡੈਂਸ ਆ ਉਹਨੂੰ ਲੈ ਕੇ ਅੱਗੇ ਵਧਣਾ ਆ। ਤੇ ਇਹ ਤੋਂ ਅਗਲੀ ਗੱਲ, ਸੇ ਨੋ ਟੂ ਐਕਸਪਲੋਇਟੇਸ਼ਨ। ਐਕਸਪਲੋਇਟ ਨਹੀਂ ਹੋਣਾ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ, ਭਾਵੇਂ ਉਹ ਤੁਹਾਡੇ ਘਰ ਨੂੰ ਲੈ ਕੇ ਹੋਵੇ, ਭਾਵੇਂ ਤੁਹਾਡੇ ਕੰਮ ਨੂੰ ਲੈ ਕੇ ਹੋਵੇ, ਭਾਵੇਂ ਐਜੂਕੇਸ਼ਨ ਨੂੰ ਲੈ ਕੇ ਹੋਵੇ, ਭਾਵੇਂ ਰਿਲੇਸ਼ਨਸ਼ਿਪਸ ਨੂੰ ਲੈ ਕੇ ਹੋਵੇ, ਭਾਵੇਂ ਕਿਸੇ ਵੀ ਤਰੀਕੇ ਦੀ ਐਕਸਪਲੋਇਟੇਸ਼ਨ ਆ, ਯੂ ਹੈਵ ਟੂ ਸੇ ਨੋ ਟੂ ਇਟ। ਇਹ ਦਿਮਾਗ 'ਚ ਤੁਸੀਂ ਪਹਿਲਾਂ ਹੀ ਬਿਠਾ ਕੇ ਆਣਾ ਵਾ। ਜੇਕਰ ਤੁਹਾਡਾ ਐਮਪਲੋਇਰ ਕਹਿ ਰਿਹਾ ਵਾ ਤੁਹਾਨੂੰ ਕਿ ਮੈਂ ਤੁਹਾਨੂੰ ਜੀ $14 ਤੇ ਰੱਖ ਲੈਂਦਾ, ਤੇ ਬੇਸ ਪੇ ਹੀ 16 ਆ, ਯੂ ਹੈਵ ਟੂ ਸੇ ਨੋ। ਜੇ ਤੁਹਾਡਾ ਇੰਪਲੋਇਰ ਤੁਹਾਨੂੰ ਕਹਿ ਰਿਹਾ ਵਾ ਕਿ ਤੂੰ 2 ਘੰਟੇ ਹੋਰ ਰੁਕ ਜਾ, ਓਵਰ ਟਾਈਮ ਰੁਕ ਜਾ, ਪਰ ਤੈਨੂੰ ਸੈਲਰੀ ਆ ਜਿਹੜੀ ਉਹ ਮੈਂ ਬੇਸ ਹੀ ਦੇਣੀ ਆ, ਸੇ ਨੋ ਟੂ ਇਟ। ਜੇਕਰ ਤੁਹਾਨੂੰ ਕੋਈ ਆ ਕੇ ਟੱਚ ਕਰਦਾ ਪਿਆ ਵਾ ਤੇ ਤੁਹਾਨੂੰ ਉਹ ਬੈਡ ਟੱਚ ਫੀਲ ਹੋ ਰਿਹਾ ਵਾ, ਤੁਹਾਨੂੰ ਲੱਗਦਾ ਵਾ ਕਿ ਇਹ ਬੰਦਾ ਮੈਨੂੰ ਗਲਤ ਤਰੀਕੇ ਦੇ ਨਾਲ ਟੱਚ ਕਰ ਰਿਹਾ, ਸੇ ਨੋ ਟੂ ਦੈਟ ਟੱਚ। ਨੋ ਦੇ ਵਿੱਚ ਇੱਕ ਬਹੁਤ ਵੱਡੀ ਪਾਵਰ ਹੁੰਦੀ ਆ। ਸਟਾਰਟ ਸੇਇੰਗ ਨੋ। ਕਦੀ ਇਹ ਨਾ ਕਹੋ ਕਿ ਮੇਰੀ ਵੀਕਨੈਸ ਆ, ਮੇਰੇ ਤੋਂ ਮਨਾ ਨਹੀਂ ਹੁੰਦਾ। ਉਹਨੂੰ ਆਪਣੀ ਵੀਕਨੈਸ ਨਹੀਂ, ਉਹਨੂੰ ਆਪਣੀ ਸਟਰੈਂਥ ਬਣਾਓ, ਕਿਉਂਕਿ ਤੁਹਾਨੂੰ ਨੋ ਕਹਿਣਾ ਪੈਣਾ ਆ। ਜਿੰਨੀ ਦੇਰ ਤੱਕ ਤੁਸੀਂ ਆਪਣੀ ਐਕਸਪਲੋਇਟੇਸ਼ਨ ਨੂੰ ਨੋ ਨਹੀਂ ਕਹਿੰਦੇ, ਤੁਸੀਂ ਅੱਗੇ ਵੱਧ ਨਹੀਂ ਸਕਦੇ। ਜਦੋਂ ਕੋਈ ਤੁਹਾਡਾ ਨਾਲ ਤੁਹਾਡੇ ਕੋਲ ਆ ਕੇ ਡਰੱਗਸ ਲੈ ਕੇ ਆ ਗਿਆ, ਦਾਰੂ ਲੈ ਕੇ ਆ ਗਿਆ, ਕਹਿੰਦਾ ਜੀ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਮੈਂ ਨਹੀਂ ਪੀਂਦਾ, ਮੈਂ ਨਹੀਂ ਪੀਂਦਾ, ਚੱਲ ਇੱਕ ਘੁੱਟ ਲਾ ਲਾ। ਸੇ ਨੋ। ਨੋ ਮੀਨਸ ਨੋ। ਮੈਂ ਨਹੀਂ ਪੀਣੀ ਤੇ ਨਹੀਂ ਪੀਣੀ।
ਕਿਉਂਕਿ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਆ ਜਦੋਂ ਤੁਸੀਂ ਹੁਣ ਆਪਾਂ ਕਹਿੰਦੇ ਆ ਕੈਨੇਡਾ ਦੇ ਵਿੱਚ ਇੰਨੀਆਂ ਮੌਤਾਂ ਹੋ ਰਹੀਆਂ ਵਾ, ਓਵਰਡੋਜ਼ ਦੀ ਵਜ੍ਹਾ ਦੇ ਨਾਲ ਮੌਤ ਹੋ ਗਈ, ਹਾਰਟ ਅਟੈਕ ਆ ਗਏ, ਜਿਹਦੀ ਵਜ੍ਹਾ ਵੀ ਲਾਈਕ ਐਡਲਟਰੇਟਡ ਫੀਮ ਨੂੰ ਮੰਨਿਆ ਜਾ ਰਿਹਾ ਵਾ, ਕਾਫੀ ਜਗ੍ਹਾ ਤੇ ਇਹ ਗੱਲ ਵੀ ਕਹੀ ਗਈ ਆ। ਉੱਥੇ ਜੇਕਰ ਤੁਸੀਂ ਪਹਿਲਾਂ ਹੀ ਉਹ ਚੀਜ਼ ਨੂੰ ਮਨਾ ਕਰ ਦੋ, ਇੱਕ ਵਾਰ ਇਹ ਸੋਚ ਲਓ ਕਿ ਤੁਹਾਡੇ ਮਾਪਿਆਂ ਨੇ ਇਸ ਚੀਜ਼ ਲਈ ਤੁਹਾਨੂੰ ਭੇਜਿਆ ਵਾ, ਫਿਰ ਬਹੁਤ ਬੈਟਰ ਰਹੂਗਾ। ਇਹ ਸੋਚ ਦੇ ਨਾਲ ਇੱਥੇ ਆਓ, ਇਹ ਸੋਚ ਦੇ ਨਾਲ ਕੈਨੇਡਾ ਆਓ, ਅੱਗੇ ਵਧਣ ਦੀ ਸੋਚ ਦੇ ਨਾਲ ਕੈਨੇਡਾ ਆਓ। ਇਹ ਸੋਚ ਦੇ ਨਾਲ ਨਾ ਆਓ ਮੈਂ ਤਾਂ ਉੱਥੇ ਜਾ ਕੇ ਐਸ਼ ਕਰਨੀ ਆ, ਜਿਹੜੀ ਮੈਨੂੰ GIC ਮਿਲਣੀ ਆ ਉਹ ਤਾਂ ਚੱਲ ਐਸ਼ ਕਰਨੀ ਆ, ਆਪੇ ਮਾਪੇ ਫੀਸਾਂ ਭਰੀ ਜਾਓਗੇ। ਨੋ, ਯੂ ਹੈਵ ਟੂ ਡੂ ਇਟ ਯੋਰਸੈਲਫ। ਪਹਿਲਾਂ ਤਾਂ ਇਹ ਰਿਸਟ੍ਰਿਕਸ਼ਨ ਹੁੰਦੀ ਸੀਗੀ ਕਿ ਜਿਹੜੇ ਸਟੂਡੈਂਟਸ ਆ ਉਹ ਸਿਰਫ 20 ਘੰਟੇ ਕੰਮ ਕਰ ਸਕਦੇ ਆ, ਪਰ ਦਸੰਬਰ 2023 ਤੱਕ ਸਰਕਾਰ ਨੇ ਵੀ ਆਪਣੇ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਨੂੰ ਫੁੱਲ ਟਾਈਮ ਕਰਨ ਦਾ ਹੱਕ ਦੇ ਦਿੱਤਾ ਵਾ। ਸੋ ਕਿੱਦਾਂ ਨਹੀਂ ਫੀਸਾਂ ਨਿਕਲਣੀਆਂ? ਯੂ ਕੈਨ ਡੂ ਇਟ ਬਾय योरसेल्फ। ਬਸ ਉਹ ਮਾਈਂਡ ਸੈਟ ਹੋਣਾ ਜ਼ਰੂਰੀ ਆ। ਅੱਜ ਮੈਂ ਯੂਥ ਨੂੰ ਇਹ ਜ਼ਰੂਰ ਕਹਿਣਾ ਚਾਹੂੰਗੀ, ਆਪਣਾ ਮਾਈਂਡ ਸੈਟ ਸਟਰੋਂਗ ਬਣਾਓ। ਤੁਸੀਂ ਕੁਝ ਵੀ ਕਰ ਸਕਦੇ ਹੋ। ਜੇਕਰ ਮੈਂ ਕਰ ਸਕਦੀ ਹਾਂ ਤੁਸੀਂ ਵੀ ਕਰ ਸਕਦੇ ਹੋ। ਜੇਕਰ ਮੈਂ ਅੱਜ ਇੱਕ ਸਟੂਡੈਂਟ ਆ ਕੇ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਦੱਸ ਸਕਦੀ ਹਾਂ, ਤੁਹਾਨੂੰ ਗਾਈਡ ਕਰ ਸਕਦੀ ਹਾਂ, ਤੁਹਾਡੇ ਸਾਹਮਣੇ ਬੋਲ ਸਕਦੀ ਹਾਂ, ਤਾਂ ਤੁਸੀਂ ਵੀ ਇੱਕ ਸਕਸੈਸ ਸਟੋਰੀ ਵਾਂਗ ਅੱਗੇ ਆ ਸਕਦੇ ਹੋ। ਤੇ ਇਹ ਸ਼ੋਅ ਦੇ ਵਿੱਚ ਅਸੀਂ ਉਹ ਸਾਰੇ ਯੂਥ ਨੂੰ ਐਨਕਰੇਜ ਕਰਨਾ ਆ, ਉਹ ਸਾਰੇ ਯੂਥ ਦੀ ਆਵਾਜ਼ ਬਣਨੀ ਆ ਜਿਹੜਾ ਕੁਝ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਪਲੇਟਫਾਰਮ ਚਾਹੀਦੇ ਆ, ਅਸੀਂ ਉਹਨਾਂ ਦੇ ਨਾਲ ਹੈਗੇ ਆ। ਉਹਨਾਂ ਨੂੰ ਗਾਈਡੈਂਸ ਚਾਹੀਦੀ ਆ, ਅਸੀਂ ਉਹਨਾਂ ਲਈ ਹੈਗੇ ਆ। ਉਹਨਾਂ ਨੂੰ ਕੁਝ ਵੀ ਚਾਹੀਦਾ, ਕਿਸੇ ਵੀ ਤਰੀਕੇ ਦੀ ਮਦਦ ਚਾਹੀਦੀ ਆ, ਅਸੀਂ ਉਹਨਾਂ ਦੇ ਨਾਲ ਹੈਗੇ ਆ। ਤੇ ਤੁਸੀਂ ਕਦੀ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਸਾਨੂੰ ਕਿ ਤੁਸੀਂ ਕਿੱਦਾਂ ਦੇ ਪ੍ਰੋਬਲਮਸ ਦੇ ਨਾਲ ਗੁਜ਼ਰ ਰਹੇ ਹੋ। ਅਸੀਂ ਉਹਦੇ ਬਾਰੇ ਵੀ ਸ਼ੋਅ ਜ਼ਰੂਰ ਲੈ ਕੇ ਆਵਾਂਗੇ। ਤੁਹਾਨੂੰ ਕਿਸੇ ਸੰਬੰਧੀ ਵੀ ਜਾਣਕਾਰੀ ਚਾਹੀਦੀ ਹੋਵੇ, ਅਸੀਂ ਜ਼ਰੂਰ ਉਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ। ਇਹ ਤੋਂ ਜੇਕਰ ਅੱਗੇ ਵਧੀਏ, ਆਪਾਂ ਜਦੋਂ ਆਪਾਂ ਸੋਚਦੇ ਆ ਕਿ ਆਪਾਂ ਕੈਨੇਡਾ ਆ ਰਹੇ ਆ, ਪੜ੍ਹਨ ਆ ਰਹੇ ਆ ਆਪਾਂ, ਤੇ ਨਾਲ ਆਪਾਂ ਕੰਮ ਵੀ ਕਰਨਾ ਹੁੰਦਾ ਆ। ਫਿਰ ਆਪਾਂ ਇੱਥੇ ਆ ਕੇ ਕੈਨੇਡਾ ਆ ਕੇ ਆਪਾਂ ਕੰਮ ਲੱਭਣਾ ਸ਼ੁਰੂ ਕਰਦੇ ਆ। ਹੁਣ ਅਸੀਂ ਕਿੱਥੇ ਕੰਮ ਲੱਭੀਏ, ਕਿੱਥੇ ਕੰਮ ਲੱਭੀਏ? ਮੈਨੂੰ ਰੋਜ਼ 3-3 4-4 ਜਣਿਆਂ ਦੇ ਫੋਨ ਆਉਂਦੇ ਆ, ਮੁੰਡਿਆਂ ਦੇ ਕੁੜੀਆਂ ਦੇ, ਦੀ ਕੰਮ ਨਹੀਂ ਲੱਭਦਾ ਪਿਆ, ਕੰਮ ਲੱਭ ਦਿਓ, ਕੰਮ ਨਹੀਂ ਲੱਭਦਾ ਪਿਆ, ਕੰਮ ਲੱਭ ਦਿਓ। ਇਹ ਤੋਂ ਬਚਣ ਦਾ ਵੀ, ਇਹ ਕੰਮ ਨਹੀਂ ਲੱਭਦਾ ਪਿਆ ਸਾਰਿਆਂ ਨੂੰ ਕਹਿਣ ਤੋਂ ਬਚਣ ਦਾ ਵੀ ਮੈਂ ਤੁਹਾਨੂੰ ਅੱਜ ਤਰੀਕਾ ਦੱਸਣ ਜਾ ਰਹੀ ਹਾਂ। ਇਹਨੂੰ ਜ਼ਰੂਰ ਗੱਠ ਬੰਨ ਲਓ, ਜਿੱਦਾਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਆ, ਲਰਨ ਅ ਸਕਿੱਲ। ਜਦੋਂ ਤੁਸੀਂ ਕੈਨੇਡਾ ਆਣਾ ਵਾ, ਉਸ ਤੋਂ ਪਹਿਲਾਂ ਇੱਕ ਇੱਦਾਂ ਦੀ ਸਕਿੱਲ ਲਰਨ ਕਰਕੇ ਆਓ ਜਿਹਦੇ ਵਿੱਚ ਤੁਹਾਡਾ ਇੰਟਰਸਟ ਵੀ ਹੋਵੇ ਤੇ ਜਿਹਦੀ ਕੈਨੇਡਾ ਦੇ ਵਿੱਚ ਬੁੱਕਤ ਵੀ ਹੋਵੇ। ਫੋਰ ਐਗਜ਼ਾਮਪਲ, ਤੁਸੀਂ ਬਾਰਬਰ ਦਾ ਕੰਮ ਸਿੱਖ ਲਓ। ਇੱਥੇ ਸਾਰੇ ਕੋਈ ਲਾਈਕ ਬਾਰਬਰ ਦੇ ਕੋਲ ਕੌਣ ਨਹੀਂ ਜਾਂਦਾ? ਹਰ ਦੂਜੇ ਹਫਤੇ ਤਾਂ ਮੁੰਡੇ ਬਾਲ ਕਟਾਉਣ ਤੁਰੇ ਰਹਿੰਦੇ ਆ। ਹਰ ਦੂਜੇ ਹਫਤੇ ਮੇਰਾ ਭਰਾ ਮੈਨੂੰ ਕਹਿੰਦਾ ਵਾ ਕਿ ਮੈਂ ਬਾਲ ਕਟਾਉਣ ਜਾਣੇ ਆ, ਛੇਤੀ ਆ ਜੀ, ਰਾਈਟ? ਸੋ ਬਾਰਬਰ ਦਾ ਕੰਮ ਤਾਂ ਹਮੇਸ਼ਾ ਚੱਲਣਾ, ਸਦਾ ਬਹਾਰ ਆ। ਬਾਰਬਰ ਦਾ ਟ੍ਰੇਡ ਸਿੱਖ ਕੇ ਆਓ, ਟੈਟੂ ਬਣਾਉਣਾ ਸਿੱਖ ਕੇ ਆਓ। ਟੈਟੂ ਇੰਡਸਟਰੀ ਦੇ ਵਿੱਚ ਇੰਨੇ ਪੈਸੇ ਆ, ਇੱਕ ਟੈਟੂ ਬਣਾਉਣ ਦੇ $1000 $2000 ਜਿਹੜੇ ਆ ਉਹ ਲੈ ਲੈਂਦੇ ਆ ਟੈਟੂ ਆਰਟਿਸਟ। ਟੈਟੂ ਬਣਾਉਣਾ ਸਿੱਖ ਕੇ ਆਓ। ਕੁਕਿੰਗ, ਜਿਹੜੀ ਪ੍ਰੋਫੈਸ਼ਨਲ ਕੁਕਿੰਗ ਆ ਉਹ ਸਿੱਖ ਕੇ ਆਓ। ਜਿੱਦਾਂ ਤੁਸੀਂ ਨੇਲਸ, ਲਾਈਕ ਤੁਸੀਂ ਕੁੜੀ ਹੋ, ਤੁਹਾਨੂੰ ਨੇਲਸ ਲਾਉਣ ਦਾ ਸ਼ੌਂਕ ਆ, ਨੇਲ ਟੈਕਨੀਸ਼ੀਅਨ ਦਾ ਕੋਰਸ ਕਰਕੇ ਆਓ। ਜਾਂ ਫਿਰ ਤੁਸੀਂ ਬਿਊਟੀਸ਼ੀਅਨ ਦਾ ਕੋਰਸ ਕਰਕੇ ਆਓ, ਮੇਕਅਪ ਕਰਨਾ, ਥ੍ਰੈਡਿੰਗ ਕਰਨਾ। ਇਹ ਇੱਦਾਂ ਦੇ ਬਿਜ਼ਨੈਸਿਸ ਆ ਜਿਹੜੇ ਸਦਾ ਬਹਾਰ ਚੱਲਦੇ ਰਹਿੰਦੇ ਆ ਤੇ ਇਹਨਾਂ ਨੂੰ ਹਮੇਸ਼ਾ ਵਰਕਰਸ ਦੀ ਲੋੜ ਆ ਤੇ ਤੁਹਾਡੇ ਹੱਥ ਦੇ ਵਿੱਚ ਸਕਿੱਲ ਆ। ਜਦੋਂ ਤੁਹਾਡੇ ਹੱਥ ਦੇ ਵਿੱਚ ਸਕਿੱਲ ਆ, ਤੁਹਾਡੇ ਹੱਥ ਦੇ ਵਿੱਚ ਨੌਲੇਜ ਆ, ਉਹ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਹੈਗਾ। ਸੋ ਇੱਦਾਂ ਦੇ ਸਕਿੱਲ ਸਿੱਖੋ ਜਿਹੜੇ ਤੁਹਾਡੇ ਅੱਗੇ ਹੈਲਪ ਕਰ ਸਕਣ। ਜਦੋਂ ਤੁਸੀਂ ਇੰਡੀਆ ਦੇ ਵਿੱਚ ਆਓ, ਜਦੋਂ ਤੁਸੀਂ ਆਪਣੀ ਚਲੋ 12th ਕੰਪਲੀਟ ਕਰ ਲਈ, ਅੱਜ ਕੱਲ੍ਹ ਸਾਰੇ ਸਟੂਡੈਂਟਸ 12ਵੀਂ ਕਰਕੇ ਇੱਥੇ ਆਉਂਦੇ ਨੇ। ਸੋ ਤੁਸੀਂ ਆਪਣੀ 12ਵੀਂ ਖਤਮ ਕਰ ਲਈ ਤੇ ਉਸ ਤੋਂ ਬਾਅਦ ਤੁਸੀਂ ਆਇਲਸ ਕਰਨ ਲੱਗ ਗਏ। ਆਇਲਸ ਕਰ ਲਈ ਤੇ ਆਇਲਸ ਤੋਂ ਬਾਅਦ ਪੇਪਰ ਵੀ ਦਿੱਤਾ, ਤੁਸੀਂ ਆਇਲਸ ਦੀ ਵੇਟ ਕਰਦੇ ਪਏ, ਆਪਣੇ ਵੀਜ਼ੇ ਦੀ ਵੇਟ ਕਰਦੇ ਪਏ। ਉਹਦੇ ਵਿੱਚ ਤੁਹਾਡੇ ਤੋਂ ਜਿਹੜਾ ਟਾਈਮ ਹੁੰਦਾ ਵਾ ਉਹਨੂੰ ਯੂਟਿਲਾਈਜ਼ ਕਰੋ। ਲਰਨ ਏ ਸਕਿੱਲ, ਬਹੁਤ ਜ਼ਿਆਦਾ ਤੁਹਾਡੇ ਲਈ ਬੈਨੀਫੀਸ਼ੀਅਲ ਹੋਊਗੀ। ਉਹ ਤੋਂ ਅਗਲਾ ਸਟੈਪ ਜਿਹੜਾ ਆਪਾਂ ਦੀ ਮਸਟ ਕਰਨਾ ਹੀ ਹੈਗਾ, ਜੇ ਤੁਸੀਂ ਇੰਡੀਆ ਦੇ ਵਿੱਚੋਂ ਆਪਣਾ ਲਾਇਸੈਂਸ, ਜੀ ਹਾਂ ਡਰਾਈਵਿੰਗ ਲਾਇਸੈਂਸ ਜ਼ਰੂਰ ਬਣਾ ਕੇ ਆਓ, ਕਿਉਂਕਿ ਇੱਥੇ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਬਹੁਤ ਜ਼ਿਆਦਾ ਲੋੜ ਪੈਣ ਵਾਲੀ ਆ। ਮੈਂ ਤੁਹਾਨੂੰ ਅੱਜ ਇੱਕ ਗੱਲ ਸਾਂਝੀ ਕਰਦੀ ਹਾਂ ਤੁਹਾਡੇ ਨਾਲ। ਜੇਕਰ ਤੁਹਾਡੇ ਕੋਲ ਇੰਡੀਆ ਦੇ ਵਿੱਚ ਲਾਇਸੈਂਸ ਬਣਿਆ ਹੋਇਆ ਵਾ, ਤੁਹਾਡੇ ਕੋਲ ਉੱਤੇ 1-2 ਸਾਲ ਦਾ ਐਕਸਪੀਰੀਅੰਸ ਆਲਰੇਡੀ ਹੈਗਾ ਵਾ, ਤਾਂ ਤੁਸੀਂ ਇੱਥੇ ਆ ਕੇ ਆਪਣਾ ਲਾਇਸੈਂਸ ਆ ਜਿਹੜਾ ਉਹ ਅਪਗ੍ਰੇਡਡ ਵਰਜ਼ਨ ਲੈ ਸਕਦੇ ਹੋ। ਫੋਰ ਐਗਜ਼ਾਮਪਲ, ਇੱਕ ਮੁੰਡਾ ਆ, ਇੱਕ ਕੁੜੀ ਆ। ਮੁੰਡੇ ਨੇ ਇੰਡੀਆ ਦੇ ਵਿੱਚ ਲਾਇਸੈਂਸ ਲਿਆ ਸੀ, ਉਹਦੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈਗਾ ਵਾ। ਕੁੜੀ ਨੇ ਇੰਡੀਆ ਦੇ ਵਿੱਚ ਡਰਾਈਵਿੰਗ ਸਿੱਖੀ ਪਰ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ। ਉਹ ਦੋਨੋਂ ਜਣੇ ਕੈਨੇਡਾ ਆ ਗਏ, ਸਮਝ ਲਓ ਸਰੀ ਆ ਗਏ। ਜਿੱਦਾਂ ਅਸੀਂ ਸਰੀ ਸ਼ਹਿਰ ਤੋਂ ਗੱਲ ਕਰਦੇ ਪਏ ਆ, ਸਰੀ ਦੀ ਐਗਜ਼ਾਮਪਲ ਦੇਵਾਂਗੇ। ਉਹ ਦੋਨੋਂ ਸਰੀ ਆ ਗਏ। ਜੇਕਰ ਮੁੰਡੇ ਨੇ ਹੁਣ ਟੈਸਟ ਦੇਣਾ ਆ, ਉਹਨੂੰ ਸਿੱਧਾ ਕਲਾਸ 5 ਮਿਲ ਜਾਣਾ। ਪਰ ਜੇਕਰ ਕੁੜੀ ਨੇ ਸਕ੍ਰੈਚ ਤੋਂ ਹੀ ਟੈਸਟ ਦਿੱਤਾ, ਉਹਨੂੰ ਪਹਿਲਾਂ ਲਰਨਰਸ ਲੈਣਾ ਪੈਣਾ।
ਫਿਰ ਉਸ ਤੋਂ ਬਾਅਦ ਸਾਲ ਬਾਅਦ ਉਹ ਐਨ ਦੇ ਲਈ ਆਪਣਾ ਡਰਾਈਵਿੰਗ ਟੈਸਟ ਦਊਗੀ, ਫਿਰ 2 ਸਾਲ ਬਾਅਦ ਕਲਾਸ 5 ਦਾ ਦਊਗੀ। ਉਨਾ ਹੀ ਤੁਸੀਂ ਪਿੱਛੇ ਚਲ ਜਾਂਦੇ ਹੋ, ਕਿਉਂਕਿ ਇਹ ਫਾਸਟ ਪੇਸਡ ਕੰਟਰੀ ਆ। ਇਹਦੇ ਵਿੱਚ ਗੱਡੀ ਇੱਕ ਆਪਸ਼ਨ ਨਹੀਂ, ਇੱਕ ਨੈਸੈਸਰੀ ਬਣ ਜਾਂਦੀ ਹੈ। ਜਿੱਥੇ ਤੁਹਾਨੂੰ ਜਾਣ ਨੂੰ ਘੰਟਾ 1.5 ਘੰਟਾ ਲੱਗਣਾ, ਉੱਥੇ ਤੁਸੀਂ 25 ਮਿੰਟਾਂ 'ਚ ਪਹੁੰਚ ਸਕਦੇ ਹੋ ਜੇਕਰ ਤੁਸੀਂ ਡਰਾਈਵ ਕਰਦੇ ਹੋ। ਸੋ ਕਾਹ ਤੋਂ ਇੱਥੇ ਆ ਕੇ ਆਪਣਾ ਟਾਈਮ ਵੇਸਟ ਕਰਨਾ ਵਾ ਲਾਇਸੈਂਸਿੰਗ ਦੇ ਲਈ। ਇੰਡੀਆ 'ਚ ਆਪਣਾ ਲਾਇਸੈਂਸ ਰੱਖੋ, ਆਪਣਾ ਉੱਥੇ ਐਕਸਪੀਰੀਅੰਸ ਜਿਹੜਾ ਉਹ ਕੰਟੀਨਿਊ ਰੱਖੋ, ਤੇ ਇੱਥੇ ਆ ਕੇ ਤੁਸੀਂ ਅਪਗ੍ਰੇਡਡ ਵਰਜ਼ਨ ਜਿਹੜਾ ਆਪਣਾ ਲਾਇਸੈਂਸ ਦਾ ਉਹ ਲੈ ਸਕਦੇ ਹੋ। ਤੇ ਇਹ ਹੋ ਗਈ ਜੀ ਗੱਲ, ਤੁਸੀਂ ਕੀ ਕਰਨਾ ਆ, ਮਾਈਂਡਸੈਟ ਦੀ ਗੱਲ ਹੋ ਗਈ ਸਭ ਤੋਂ ਪਹਿਲਾਂ ਤਾਂ। ਉਸ ਤੋਂ ਬਾਅਦ ਹੋ ਗਿਆ ਕਿ ਆਪਣੇ ਜਿਹੜੇ ਡਾਕੂਮੈਂਟਸ ਆ ਉਹ ਚੈੱਕ ਕਰਨੇ ਆ, ਆਪਣੇ ਬੈਗ ਪੈਕ ਜ਼ਰੂਰ ਕਰਨੇ ਆ ਬਹੁਤ ਵਧੀਆ ਤਰੀਕੇ ਦੇ ਨਾਲ। ਇੱਦਾਂ ਨਹੀਂ ਹੈਗਾ ਕਿ ਮੈਗੀਆਂ ਦੇ ਨਾਲ ਹੀ ਬੈਗ ਭਰ ਲੈਣੇ ਆ, ਜਾਂ ਫਿਰ ਆਪਾਂ ਜੀ ਸੁੱਕੇ ਦੁੱਧ ਲੈ ਕੇ ਆ ਗਏ ਆ। ਆਪਣੀਆਂ ਵੈਲਿਊਏਬਲ ਚੀਜ਼ਾਂ ਲੈ ਕੇ ਆਓ ਜਿਹੜੀਆਂ ਤੁਹਾਨੂੰ ਇੱਥੇ ਆ ਕੇ ਕੰਮ ਆਣੀਆਂ ਵਾ। ਇੱਦਾਂ ਨਹੀਂ ਹੈਗਾ ਕਿ ਕੈਨੇਡਾ ਦੇ ਵਿੱਚ ਕੁਝ ਮਿਲਦਾ ਨਹੀਂ ਹੈਗਾ। ਮੈਂ ਕਈ ਵੀਡੀਓਜ਼ ਦੇਖੀਆਂ, ਪੈਕਿੰਗ ਆਰ ਬੈਗਸ ਫॉर ਕੈਨੇਡਾ, ਉਹਦੇ ਵਿੱਚ ਜੀ 4-5 ਟੂਥਪੇਸਟਾਂ ਪਾ ਲਈਆਂ ਉਹਨਾਂ ਨੇ, 4-5 ਸਾਬਣ ਦੀਆਂ ਟਿੱਕੀਆਂ ਸਿੱਟ ਲੀਆਂ, ਤੇ ਉਹਦੇ ਵਿੱਚ ਭਾਂਡੇ ਮਾਂਜਣ ਵਾਲਾ ਸਕਰਬ ਰੱਖਦੇ ਪਏ ਆ। ਇਹ ਚੀਜ਼ਾਂ ਦੀ ਜਗ੍ਹਾ ਤੇ ਜਿਹੜੀਆਂ ਤੁਹਾਨੂੰ ਰੀਅਲੀ ਚੀਜ਼ਾਂ ਦੀ ਲੋੜ ਆ ਉਹ ਚੀਜ਼ਾਂ ਲੈ ਕੇ ਆਓ, ਤੇ ਇੱਥੇ ਸਾਰਾ ਕੁਝ ਮਿਲਦਾ ਆ। ਇੱਦਾਂ ਨਹੀਂ ਹੈਗਾ ਕਿ ਇੱਥੇ ਤੁਹਾਨੂੰ ਆਪਣਾ ਮੈਗੀ ਮਸਾਲਾ ਨਹੀਂ ਮਿਲਣਾ ਜਿਹਦੇ ਆਪਾਂ ਬੈਗ ਭਰ ਕੇ ਲੈ ਕੇ ਆਉਂਦੇ ਆ। ਇੱਥੇ ਸਭ ਕੁਝ ਮਿਲਦਾ ਆ। ਸੋ ਤੁਸੀਂ ਬਸ ਆਪਣੀ ਉਸ ਹਿਸਾਬ ਨਾਲ ਤਿਆਰੀ ਕਰਕੇ ਆਣੀ ਆ। ਉਸ ਤੋਂ ਬਾਅਦ ਹੋ ਗਈ ਗਾਈਡੈਂਸ ਦੀ ਗੱਲ, ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀ ਆ ਕਿ ਤੁਹਾਨੂੰ ਇੱਕ ਵਧੀਆ ਗਾਈਡੈਂਸ ਬਹੁਤ ਜ਼ਰੂਰੀ ਆ। ਬੁਰੀ ਸੰਗਤ ਤੋਂ, ਬੁਰੀ ਗਾਈਡੈਂਸ ਤੋਂ ਹਮੇਸ਼ਾ ਦੂਰ ਰਹਿਣਾ। ਪਲਾਨ ਅਹੈਡ, ਤੁਹਾਡੇ ਕੋਲ ਪਹਿਲਾਂ ਹੀ ਪਲਾਨ ਹੋਣਾ ਚਾਹੀਦਾ ਵੀ ਕਿ ਤੁਸੀਂ ਅਗਲੇ 4 ਸਾਲ ਕੀ ਕਰਨਾ ਵਾ। ਉਸ ਤੋਂ ਬਾਅਦ ਤੁਸੀਂ ਸਕਿੱਲ ਲਰਨ ਕਰਕੇ ਆਣੀ ਆ, ਉਸ ਤੋਂ ਬਾਅਦ ਆਪਣਾ ਲਾਇਸੈਂਸ ਦੀ ਤਿਆਰੀ ਕਰਕੇ ਆਣੀ ਆ, ਤੇ ਸਭ ਤੋਂ ਵੱਡੀ ਗੱਲ, ਸੇ ਨੋ ਟੂ ਐਕਸਪਲੋਇਟੇਸ਼ਨ। ਇਹ ਦਿਮਾਗ 'ਚ ਆਪਣੀ ਗੱਲ ਰੱਖ ਕੇ ਆਣੀ ਹੈ ਕਿ ਆਮ ਨਾਟ ਗੋਨਾ ਸੈਟਲ ਫॉर ਲੈਸ। ਤੇ ਇਸ ਤੋਂ ਬਾਅਦ ਜਦੋਂ ਤੁਸੀਂ ਕੈਨੇਡਾ ਆ ਜਾਂਦੇ ਹੋ, ਤੁਸੀਂ 에ਅਰਪੋਰਟ ਤੇ ਪਹੁੰਚ ਗਏ, ਤੁਸੀਂ ਆਪਣੀ ਇਮੀਗ੍ਰੇਸ਼ਨ ਕਰਨ ਲਈ ਪਹੁੰਚੇ ਹੋ, ਤੇ ਜਦੋਂ ਤੁਹਾਡੇ ਕੋਲ ਤੁਹਾਡਾ ਇਮੀਗ੍ਰੇਸ਼ਨ ਦਾ ਉਹ ਤੁਹਾਨੂੰ ਦਿੰਦੇ ਆ ਕਿ ਆਲੋ ਜੀ ਆ ਤੁਹਾਡਾ ਸਟੱਡੀ ਪਰਮਿਟ ਆ, ਉਹਦੇ ਵਿੱਚ ਹਮੇਸ਼ਾ ਉਹਨੂੰ ਚੰਗੀ ਤਰੀਕੇ ਨਾਲ ਪੜ੍ਹਨਾ। ਇੱਦਾਂ ਨਹੀਂ ਪੜ੍ਹ ਕੇ ਕਿ ਹਾਂ ਬਈ ਮੈਂ ਪਹੁੰਚ ਗਿਆ, ਹੋ ਗਿਆ ਸਾਰਾ ਕੁਝ। ਉਹਨੂੰ ਪੜ੍ਹੋ, ਥੱਲੇ ਜਿਹੜੀਆਂ ਕੰਡੀਸ਼ਨਸ ਲਿਖੀਆਂ ਵਾ ਉਹਦੇ ਵਿੱਚ ਕਿਹੜੀ ਕਿਹੜੀ ਕੰਡੀਸ਼ਨ ਲਿਖੀ ਆ ਉਹਨੂੰ ਪੜ੍ਹੋ। ਜੇਕਰ ਕੋਈ ਸਵਾਲ ਆ ਉਸੇ ਵਕਤ ਆਫਿਸਰ ਨੂੰ ਪੁੱਛੋ, ਕਿਉਂਕਿ ਉਸ ਵਕਤ ਉਹ ਕੰਮ ਕੀਤਾ ਬਹੁਤ ਵਧੀਆ ਰਹਿੰਦਾ ਵਾ। ਇੱਦਾਂ ਨਹੀਂ ਹੈਗਾ ਕਿ ਤੁਸੀਂ ਬਾਅਦ ਚੋਂ ਬਾਹਰ ਆ ਗਏ, ਤੁਸੀਂ ਦੇਖ ਰਹੇ ਹੋ ਕਿ ਮੇਰੀ ਤਾਂ ਕੰਡੀਸ਼ਨਸ ਹੀ ਹੋਰ ਲਿਖਤੀ ਆ, ਮੇਰੀ ਤਾਂ ਡੇਟ ਗਲਤ ਆ, ਮੇਰਾ ਨਾਮ ਗਲਤ ਆ। ਫਿਰ ਤੁਸੀਂ ਜੀ ਦੁਬਾਰਾ ਗੇੜੇ ਕੱਢਦੇ ਪਏ ਹੋ 에ਅਰਪੋਰਟ ਦੇ, ਦੁਬਾਰਾ ਤੁਸੀਂ ਗੇੜੇ ਕੱਢਦੇ ਪਏ ਹੋ CBSE ਆਫਿਸਰਸ ਦੇ। ਸੋ ਰਾਈਟ ਅਵੇ ਚੈੱਕ ਯੋਰ ਡਾਕੂਮੈਂਟਸ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਆ ਜਾਂਦੇ ਹੋ, ਐਕਸਾਈਟਮੈਂਟ ਜ਼ਰੂਰ ਆਪਣੇ ਮਾਈਂਡ 'ਚ ਰੱਖੋ ਕਿ ਤੁਸੀਂ ਐਕਸਾਈਟਿਡ ਹੋ, ਪਰ ਇਹ ਜ਼ਰੂਰ ਦੇਖੋ ਕਿ ਤੁਸੀਂ ਅੱਗੇ ਕੀ ਕਰਨਾ ਆ। ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਉਹ ਆਉਣ ਵਾਲੀਆਂ ਵਾ, ਉਹ ਮੁਸ਼ਕਿਲਾਂ ਦੇ ਲਈ ਤੁਸੀਂ ਤਿਆਰ ਰਹਿਣਾ ਵਾ। ਇਹਦੇ ਨਾਲ ਹੀ ਆਪਾਂ ਇਹ ਵਾਲਾ ਐਪੀਸੋਡ ਖਤਮ ਕਰਦੇ ਹਾਂ। ਅਗਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਤੁਸੀਂ ਕੈਨੇਡਾ ਪਹੁੰਚ ਜਾਂਦੇ ਹੋ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ, ਤੇ ਉਹਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ। ਸੋ ਇਹਦੇ ਨਾਲ ਹੀ ਰੋਮਨਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ।